हाँ जी, सत श्री अकाल जी साਰਿਆਂ ਨੂੰ। सो पंजाब मेरे ਤੁਹਾਡਾ बहुत-बहुत स्वागत करते हैं। तो ਅੱਜ ਗੱਲ ਕਰਾਂਗੇ ਏਰੀਆ 51 ਬਾਰੇ। ਸੋ ਬਹੁਤ ਸਾਰਿਆਂ ਨੂੰ ਇਸ ਬਾਰੇ ਪਤਾ ਵੀ ਹੋਵੇਗਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਅੱਜ ਉਹਨਾਂ ਨੂੰ ਆਪਾਂ ਇਸ ਬਾਰੇ ਦੱਸਾਂਗੇ। ਸੋ ਏਰੀਆ 51 ਇੱਕ ਅਮਰੀਕਾ ਦੀ ਅਜਿਹੀ ਥਾਂ ਹੈ ਜੋ ਆਪਣੇ ਰਹੱਸਿਆ ਦੇ ਕਾਰਨ ਬਹੁਤ ਮਸ਼ਹੂਰ ਹੈ ਤੇ ਆਪਣੇ ਰਹੱਸਿਆ ਦੇ ਕਾਰਨ ਇਹ ਲੋਕਾਂ ਨੂੰ ਸਮੇਂ-ਸਮੇਂ ਸਿਰ ਹੈਰਾਨ ਵੀ ਕਰਦੀ ਰਹਿੰਦੀ ਹੈ। ਜਦੋਂ ਵੀ ਲੋਕ ਇਹ ਸ਼ਬਦ ਸੁਣਦੇ ਨੇ ਤਾਂ ਹੈਰਾਨ ਹੋ ਕੇ ਇਸ ਬਾਰੇ ਸੁਣਨ ਤੇ ਧਾਰਨਾਵਾਂ ਬਣਾਉਣ ਲੱਗਦੇ ਨੇ। ਇਹ ਵਿਸ਼ਾ ਹੀ ਕਾਫੀ ਪਹੇਲੀਆਂ ਨਾਲ ਜੁੜਿਆ ਹੋਇਆ ਹੈ ਤੇ ਅੱਜ ਆਪਾਂ ਏਰੀਆ 51 ਬਾਰੇ ਹੀ ਗੱਲ ਕਰਨ ਵਾਲੇ ਹਾਂ। ਕੀ ਇੱਥੇ ਏਲੀਅਨ ਰਹਿੰਦੇ ਨੇ ਜਾਂ ਇੱਥੇ ਏਲੀਅਨ ਤੇ ਰਿਸਰਚ ਚੱਲਦੀ ਹੈ, ਇਸ ਬਾਰੇ ਵੀ ਅੱਗੇ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ। ਸੋ ਇਹ US ਦੀ ਬਹੁਤ ਹੀ ਖੁਫੀਆ ਥਾਵਾਂ ਵਿੱਚੋਂ ਇੱਕ ਥਾਂ ਹੈ। ਏਰੀਆ 51 ਦਾ ਅਸਲ ਨਾਮ ਨਵੇਡਾ ਟੈਸਟ ਐਂਡ ਟ੍ਰੇਨਿੰਗ ਰੇਂਜ ਹੈ। ਇਹ US ਦੇ ਨਵੇਡਾ ਵਿੱਚ ਮੌਜੂਦ ਹੈ। ਵਰਲਡ ਵਾਰ 2 ਦੇ ਸਮੇਂ ਏਰੀਆ 1, 2 ਤੇ ਏਰੀਆ 3 ਉਸ ਸਮੇਂ ਦੀ ਇੱਕ ਟੈਸਟ ਪਲੇਸ ਹੀ ਸੀ, ਪਰ ਬਾਕੀ ਕਿਸੇ ਵੀ ਏਰੀਏ ਵਿੱਚ ਕੁਝ ਅਜੀਬੋ ਗਰੀਬ ਨਹੀਂ ਦੇਖਿਆ ਗਿਆ। ਸੋ ਕਹਿੰਦੇ ਨੇ ਕਿ ਜੇ ਮਾੜੀ ਮੋਟੀ ਅੱਗ ਲੱਗੀ ਹੋਵੇ ਤਾਂ ਹੀ ਧੂੰਆਂ ਦੇਖਣ ਨੂੰ ਮਿਲਦਾ ਹੈ, ਐਵੇਂ ਤਾਂ ਧੂੰਆਂ ਪੈਦਾ ਨਹੀਂ ਹੁੰਦਾ। ਇਸ ਜਗ੍ਹਾ ਨੂੰ ਉਸ ਸਮੇਂ ਲੋਕਾਂ ਨੇ ਰਹੱਸਿਆ ਨਾਲ ਦੇਖਣਾ ਸ਼ੁਰੂ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਮਰੀਕਾ ਨੇ ਬਹੁਤ ਸਾਲ ਇਹ ਜਗ੍ਹਾ ਨੂੰ ਲੋਕਾਂ ਤੋਂ ਲੁਕੋਇਆ ਏ। ਅਸਲ ਵਿੱਚ ਏਰੀਆ 51 US ਦੇ ਤੌਰ ਤੇ ਇੱਕ ਰਿਸਰਚ ਸੈਂਟਰ ਹੈ, ਪਰ 9 ਜੂਨ 1947 ਨੂੰ ਪਹਿਲੀ ਵਾਰ ਨਵੇਡਾ ਦੇ ਸ਼ਹਿਰ ਉੱਤੇ ਇੱਕ ਰਹੱਸਮਈ ਜਹਾਜ਼ ਦੇਖਿਆ ਗਿਆ, ਜਿਸ ਖਬਰ ਨੂੰ ਉੱਥੋਂ ਦੇ ਕੁਝ ਅਖਬਾਰਾਂ ਵਿੱਚ ਵੀ ਛਾਪਿਆ ਗਿਆ ਸੀ। ਸੋ ਕਿਹਾ ਜਾਂਦਾ ਹੈ ਕਿ ਇਸ ਥਾਂ ਤੇ ਇੱਕ ਵਾਰ UFO ਗਿਰਿਆ ਸੀ ਤੇ ਉਸ ਵਿੱਚ ਕੁਝ ਏਲੀਅਨ ਵੀ ਸੀ, ਪਰ US ਗਵਰਨਮੈਂਟ ਨੇ ਇਸ ਗੱਲ ਨੂੰ ਝੂਠ ਕਰਾਰ ਦਿੱਤਾ ਕਿ ਇਹ ਸਾਰੀਆਂ ਅਫਵਾਹਾਂ ਨੇ। ਪਰ ਉੱਥੇ ਕੰਮ ਕਰਨ ਵਾਲੇ ਵਾਲਟਰ ਦੀ ਮੌਤ ਤੋਂ ਬਾਅਦ ਉਸਦੇ ਘਰੋਂ ਇੱਕ ਨੋਟ ਲਿਖਿਆ ਮਿਲਿਆ, ਜਿਸ ਵਿੱਚ ਲਿਖਿਆ ਸੀ ਕਿ ਮੈਕਸੀਕੋ ਵਿੱਚ ਕੋਈ ਹੌਟ ਏਅਰ ਗਵਾਰਾ ਨਹੀਂ, ਸਗੋਂ ਇੱਕ UFO ਹੀ ਡਿੱਗਿਆ ਸੀ। ਤੇ ਇਸ ਤੋਂ ਬਾਅਦ ਜਦੋਂ ਵੀ ਹੁਣ ਉੱਥੇ ਕਿਸੇ ਕਰਮਚਾਰੀ ਨੂੰ ਕੰਮ ਕਰਨ ਲਈ ਲੈ ਕੇ ਜਾਣਾ ਹੁੰਦਾ ਹੈ ਤਾਂ ਲਾਸ ਵੇਗਸ ਤੋਂ ਜਹਾਜ਼ ਰਾਹੀਂ ਲੈ ਕੇ ਜਾਇਆ ਜਾਂਦਾ ਹੈ, ਜਿਸ ਦੇ ਸ਼ੀਸ਼ਿਆਂ ਨੂੰ ਪੂਰੀ ਤਰ੍ਹਾਂ ਢਕਿਆ ਹੁੰਦਾ ਹੈ ਤਾਂ ਕਿ ਕੁਝ ਵੀ ਬਾਹਰ ਨਾ ਦੇਖਿਆ ਜਾ ਸਕੇ। ਸੋ ਇਹਨਾਂ ਗੱਲਾਂ ਤੋਂ ਇਹ ਤਾਂ ਸਾਬਤ ਹੁੰਦਾ ਹੈ ਕਿ ਅਮਰੀਕਾ ਉਹ ਕੁਝ ਜਾਣ ਰਿਹਾ ਹੈ ਜੋ ਪੂਰੀ ਦੁਨੀਆ ਨਹੀਂ ਜਾਣਦੀ। ਕਹਿਣ ਦਾ ਭਾਵ ਕਿ ਅਮਰੀਕਾ ਦੇ ਕੁਝ ਖਾਸ ਸਰਕਾਰ ਦੇ ਬੰਦੇ ਜਾਂ ਕੁਝ ਆਰਮੀ ਦੇ ਜਾਂ ਕੁਝ ਸਾਇੰਟਿਸਟ ਉਹ ਚੀਜ਼ ਜਾਣਦੇ ਨੇ ਜੋ ਬਾਕੀ ਦੁਨੀਆ ਨਹੀਂ ਜਾਣਦੀ। ਸੋ ਹੋ ਸਕਦਾ ਇਸ ਕਾਰਨ ਕਰਕੇ ਹੀ ਅਮਰੀਕਾ ਪੂਰੀ ਦੁਨੀਆ ਤੇ ਰਾਜ ਕਰ ਰਿਹਾ ਹੈ। ਸੋ ਇਹ ਸਾਰੇ ਅੰਦਾਜ਼ੇ ਲਗਾਏ ਜਾ ਸਕਦੇ ਨੇ। ਸੋ ਪੱਕੀ ਇਨਫੋਰਮੇਸ਼ਨ ਹਾਲੇ ਤੱਕ ਕਿਸੇ ਨੂੰ ਵੀ ਨਹੀਂ ਹੈ। ਜੇ ਪੱਕੀ ਇਨਫੋਰਮੇਸ਼ਨ ਹੋ ਜਾਂਦੀ ਹੈ ਤਾਂ ਫਿਰ ਰਾਜ ਕਿਵੇਂ ਰਹੇਗਾ। ਇਸ ਤੋਂ ਬਾਅਦ US ਗਵਰਨਮੈਂਟ ਨੇ ਇਸ ਥਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਕਿਸੇ ਦੀ ਵੀ ਅੰਦਰ ਜਾਣ ਦੀ ਮਨਾਹੀ ਸੀ ਤੇ ਥਾਂ ਤੇ ਸੈਂਸਰ ਵੀ ਲਗਾ ਦਿੱਤੇ ਤੇ ਜੇਕਰ ਕੋਈ ਅੰਦਰ ਆਉਂਦਾ ਵੀ ਹੈ ਬਿਨਾਂ ਆਗਿਆ ਤੋਂ ਤਾਂ ਉਸ ਨੂੰ ਸਿੱਧੇ ਗੋਲੀ ਮਾਰਨ ਦੇ ਆਰਡਰ ਸੀ। ਸੋ ਇੰਨੇ ਸੀਕ੍ਰੇਟਸ ਕਾਰਨ ਲੋਕਾਂ ਦੇ ਮਨ ਵਿੱਚ ਕਿਉਰਿਓਸਿਟੀ ਵਧਣ ਲੱਗੀ। ਲੋਕ ਕਹਿਣ ਲੱਗੇ ਕਿ ਇੱਥੇ ਏਲੀਅਨ ਤੇ ਰਿਸਰਚ ਚੱਲਦੀ ਹੈ ਜਾਂ ਇੱਥੇ ਕੋਈ ਟਾਈਮ ਟਰੈਵਲ ਕਰਨ ਵਾਲੀ ਮਸ਼ੀਨ ਬਣਾਈ ਜਾ ਰਹੀ ਹੈ। ਇਹਨਾਂ ਗੱਲਾਂ ਨੂੰ ਉਸ ਸਮੇਂ ਲੋਕ ਸੱਚ ਮੰਨਣ ਲੱਗੇ ਸੀ, ਪਰ ਹੌਲੀ-ਹੌਲੀ ਅਮਰੀਕਾ ਇਹਨਾਂ ਚੀਜ਼ਾਂ ਨੂੰ ਝੂਠ ਸਾਬਤ ਕਰਨ ਵਿੱਚ ਕਾਮਯਾਬ ਹੋ ਗਿਆ। ਸੋ ਇਸ ਤਰ੍ਹਾਂ ਦੀ ਇੱਕ ਨਿਊਜ਼ ਬਾਰੇ ਗੱਲ ਕਰਦੇ ਹਾਂ ਜੋ 1997 ਵਿੱਚ ਉੱਡੀ, ਜਦੋਂ 11 ਸਤੰਬਰ 1997 ਵਿੱਚ ਰੇਡੀਓ ਸ਼ੋਅ ਕਾਸਟ ਟੂ ਕਾਸਟ AM ਦੇ ਐਂਕਰ ਨੂੰ ਇੱਕ ਕਾਲ ਆਈ। ਇਹ ਕਾਲ ਕਰਨ ਵਾਲਾ ਕਾਫੀ ਜ਼ਿਆਦਾ ਘਬਰਾਇਆ ਹੋਇਆ ਸੀ, ਜਿਵੇਂ ਕਿ ਤੁਸੀਂ ਸੁਣ ਵੀ ਸਕਦੇ ਹੋ। Hi, I don't have a whole lot of time. Okay, what we're thinking of as aliens are they're extra dimensional beings that ਉਸਨੇ ਕਿਹਾ ਕਿ ਏਲੀਅਨਸ ਸੱਚ ਵਿੱਚ ਮੌਜੂਦ ਨੇ। ਏਰੀਆ 51 ਵਿੱਚ UFO ਉੱਤੇ ਰਿਸਰਚ ਕੀਤੀ ਜਾ ਰਹੀ ਹੈ, ਪਰ ਹਾਲੇ ਹਾਲਾਤ ਅਮਰੀਕਾ ਦੇ ਕੰਟਰੋਲ ਵਿੱਚ ਨਹੀਂ ਹੈ। ਇਸ ਤੋਂ ਜ਼ਿਆਦਾ ਉਹ ਕੁਝ ਵੀ ਕਹਿ ਪਾਉਂਦਾ ਤਾਂ ਉਸ ਦਾ ਸੈਟੇਲਾਈਟ ਕਨੈਕਸ਼ਨ ਕੱਟ ਗਿਆ। ਇਸ ਨੂੰ ਬਹੁਤ ਸਾਰੇ ਲੋਕਾਂ ਨੇ ਫੇਕ ਕਾਲ ਦੱਸਿਆ, ਜੋ ਕਿ ਹੋ ਵੀ ਸਕਦੀ ਹੈ, ਪਰ ਜੇਕਰ ਇਹ ਕਾਲ ਫੇਕ ਸੀ ਤਾਂ ਉਸ ਸਮੇਂ ਹੀ ਸੈਟੇਲਾਈਟ ਕਨੈਕਸ਼ਨ ਕਿਵੇਂ ਟੁੱਟ ਗਿਆ, ਇਹ ਰੇਡੀਓ ਵਾਲੇ ਨੂੰ ਵੀ ਨਹੀਂ ਪਤਾ ਸੀ। ਤੇ ਏਰੀਆ 51 ਦੇ ਹੋਰ ਵੀ ਕਈ ਨਾਮ ਨੇ, ਜਿਵੇਂ ਕਿ ਨੈਵਰਲੈਂਡ, ਪੈਰਾਡਾਈਜ਼ ਰਾਂਚੇ, ਦ ਬਾਕਸ ਐਂਡ ਡ੍ਰੀਮਲੈਂਡ। ਤੇ ਏਰੀਆ 51 ਦੇ ਮਕੈਨੀਕਲ ਇੰਜੀਨੀਅਰ ਰਹਿ ਚੁੱਕੇ ਡੈਨ ਬੁਰਿਸ਼ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਖੁਦ ਇੱਕ ਏਲੀਅਨ ਉੱਤੇ ਕੰਮ ਕਰ ਚੁੱਕਿਆ ਹੈ। ਉਸ ਏਲੀਅਨ ਦਾ ਨਾਮ ਵੀ ਦੱਸਿਆ ਜੋ ਕਿ ਜੈਰੋਡ ਸੀ। ਇਹ ਏਲੀਅਨ ਇੱਕ ਪਾਇਲਟ ਸੀ। ਡੈਨ ਨੇ ਦੱਸਿਆ ਕਿ ਏਰੀਆ 51 ਵਿੱਚ ਉਹ ਏਲੀਅਨ ਦੇ ਸਪੇਸਸ਼ਿਪ ਉੱਤੇ ਰਿਵਰਸ ਇੰਜੀਨੀਅਰ ਦਾ ਕੰਮ ਕਰਦਾ ਸੀ। ਰਿਵਰਸ ਇੰਜੀਨੀਅਰਿੰਗ ਮਤਲਬ ਕਿ ਜੇ ਤੁਹਾਡੇ ਕੋਲ ਕੋਈ ਹਾਈ ਟੈਕ ਮਸ਼ੀਨ ਹੈ ਤੇ ਹਾਲੇ ਤੱਕ ਉਸ ਦੀ ਕੋਈ ਟੈਕਨੋਲੋਜੀ ਇਸ ਦੁਨੀਆ ਤੇ ਨਹੀਂ ਆਈ ਤਾਂ ਤੁਸੀਂ ਉਸ ਮਸ਼ੀਨ ਨੂੰ ਖੋਲ ਕੇ ਪੂਰੀ ਤਰ੍ਹਾਂ ਚੈੱਕ ਕਰ ਦਿਓ ਕਿ ਇਹ ਕਿਵੇਂ ਫਿੱਟ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਉਸ ਨੂੰ ਉਸੇ ਤਰ੍ਹਾਂ ਸਹੀ
ਦੁਬਾਰਾ ਫਿੱਟ ਕਰਕੇ ਦੇਖਦੇ ਹੋ। ਜਿਵੇਂ ਕਿ ਅੰਗਰੇਜ਼ਾਂ ਨੇ ਤਾਜ ਮਹਿਲ ਦੇ ਫੁਆਰੇ ਜਦੋਂ ਚੱਲਦੇ ਹੁੰਦੇ ਸੀ ਬਿਨਾਂ ਕਿਸੇ ਲਾਈਟ ਜਾਂ ਮੋਟਰ ਤੋਂ, ਉਹਨਾਂ ਦੀ ਟੈਕਨੀਕ ਸਮਝਣੀ ਚਾਹੀ ਕਿ ਇਹ ਬਿਨਾਂ ਕਿਸੇ ਮੋਟਰ ਤੇ ਇਲੈਕਟ੍ਰਿਸਿਟੀ ਤੋਂ ਕਿਵੇਂ ਚੱਲ ਰਹੇ ਨੇ। ਤੇ ਇਸ ਤੋਂ ਬਾਅਦ ਉਹਨਾਂ ਨੇ ਸਾਰੇ ਪਾਈਪਾਂ ਨੂੰ ਫੁਆਰਿਆਂ ਨੂੰ ਪੁੱਟਿਆ ਤੇ ਉਹਨਾਂ ਨੂੰ ਕੁਝ ਵੀ ਨਹੀਂ ਹੱਥ ਲੱਗਿਆ, ਤੇ ਜਿਸ ਤੋਂ ਬਾਅਦ ਉਹਨਾਂ ਨੂੰ ਨਵੇਂ ਤਰੀਕੇ ਦੇ ਫੁਆਰੇ ਲਾਉਣੇ ਪਏ ਜੋ ਕਿ ਅੱਜ ਦੇ ਸਮੇਂ ਉੱਥੇ ਚੱਲ ਰਹੇ ਨੇ। ਤੇ ਅੱਗੇ ਗੱਲ ਕਰਦੇ ਹਾਂ ਬੌਬ ਲੇਜ਼ਰ। ਬੌਬ ਲੇਜ਼ਰ ਨੇ ਇੱਕ ਇੰਟਰਵਿਊ ਵਿੱਚ ਇਹ ਕਲੇਮ ਕੀਤਾ ਕਿ ਉਹ 1999 ਵਿੱਚ ਏਲੀਅਨਾਂ ਨਾਲ ਰਿਵਰਸ ਇੰਜੀਨੀਅਰਿੰਗ ਵਿੱਚ ਕੰਮ ਕਰ ਚੁੱਕਿਆ ਹੈ। ਬੌਬ ਨੇ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਏਲੀਅਨ ਦੇ ਸਪੇਸ ਕ੍ਰਾਫਟ ਨੂੰ ਸਟੱਡੀ ਤੇ ਚੈੱਕ ਕਰਦਾ ਸੀ। ਉਸਨੇ ਕਿਹਾ ਕਿ ਏਰੀਆ 51 ਵਿੱਚ ਬਹੁਤ ਸਾਰੀਆਂ ਟੌਪ ਸੀਕ੍ਰੇਟ ਥਾਵਾਂ ਨੇ, ਜਿੰਨਾ ਇਹ ਧਰਤੀ ਤੇ ਦਿਖਦਾ ਹੈ ਇਸ ਤੋਂ ਜ਼ਿਆਦਾ ਉਹ ਅੰਡਰਗਰਾਉਂਡ ਹੈ, ਤੇ ਉਹ ਏਰੀਆ 51 ਦੀ ਸਾਈਟ S4 ਵਿੱਚ ਕੰਮ ਕਰਦਾ ਰਿਹਾ ਹੈ। ਇਹ ਇੰਟਰਵਿਊ ਤੋਂ ਬਾਅਦ ਬੌਬ ਦੇ ਸਾਰੇ ਸਬੂਤ ਮਿਟਾ ਦਿੱਤੇ ਗਏ, ਜਿਸ ਤੋਂ ਪਤਾ ਲੱਗ ਸਕੇ ਕਿ ਉਹ ਕਦੇ ਏਰੀਆ 51 ਵਿੱਚ ਕੰਮ ਕਰਦਾ ਵੀ ਸੀ ਜਾਂ ਨਹੀਂ। ਇੱਕ ਤਰ੍ਹਾਂ ਨਾਲ ਲੋਕਾਂ ਨੂੰ ਇਹ ਦਿਖਾਇਆ ਗਿਆ ਕਿ ਬੌਬ ਕਦੇ ਏਰੀਆ 51 ਵਿੱਚ ਕੰਮ ਕਰਦਾ ਹੀ ਨਹੀਂ ਸੀ। ਤੇ ਬੌਬ ਲੇਜ਼ਰ ਯੂਨਾਈਟਿਡ ਨਿਊਕਲੀਅਰ ਸਪੈਸੀਫਿਕ ਇਕਵਿਪਮੈਂਟ ਐਂਡ ਸਪਲਾਈ ਨਾਮ ਦੀ ਇੱਕ ਕੰਪਨੀ ਚਲਾਉਂਦਾ ਸੀ। ਇਹ ਕੰਪਨੀ ਨੂੰ ਵੀ ਸਰਕਾਰ ਨੇ ਬੈਨ ਕਰ ਦਿੱਤਾ ਤੇ ਬੌਬ ਉੱਤੇ ਕਾਫੀ ਤਰ੍ਹਾਂ ਦੇ ਦੋਸ਼ ਲਗਾਏ ਗਏ। ਸੋ ਇਸ ਤਰ੍ਹਾਂ US ਸਰਕਾਰ ਨੇ ਏਰੀਆ 51 ਦੇ ਸੀਕ੍ਰੇਟ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਬੌਬ ਉੱਤੇ ਨੈਟਫਲਿਕਸ ਦੀ ਇੱਕ ਡਾਕੂਮੈਂਟਰੀ ਵੀ ਬਣ ਚੁੱਕੀ ਹੈ। ਇੱਥੋਂ ਇਹ ਪਤਾ ਲੱਗਦਾ ਹੈ ਕਿ US ਸਰਕਾਰ ਕਿਵੇਂ ਉਹਨਾਂ ਨੂੰ ਝੂਠਾ ਸਾਬਤ ਕਰਦੀ ਹੈ ਜੋ ਏਰੀਆ 51 ਬਾਰੇ ਰਾਜ ਖੋਲਦੇ ਨੇ। ਤੇ ਹੁਣ ਗੱਲ ਕਰਦੇ ਹਾਂ ਦਾ ਮੋਸਟ ਕੰਟਰੋਵਰਸ਼ੀਅਲ ਇੰਟਰਵਿਊ। ਇਸ ਬੰਦੇ ਦਾ ਕੋਈ ਵੀ ਕੁਝ ਨਹੀਂ ਵਿਗਾੜ ਸਕਿਆ। ਇਸ ਨੇ ਪੂਰੇ ਸਬੂਤਾਂ ਦੇ ਨਾਲ ਏਰੀਆ 51 ਨੂੰ ਐਕਸਪੋਜ਼ਡ ਕੀਤਾ ਸੀ। ਇਹ ਬੰਦੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਵੀ ਨਹੀਂ ਸਹਿਣੀ ਪਈ ਕਿਉਂਕਿ ਉਸ ਦਾ ਇਹ ਇੰਟਰਵਿਊ ਮੌਤ ਤੋਂ ਬਾਅਦ ਲੋਕਾਂ ਸਾਹਮਣੇ ਆਇਆ ਸੀ। 2019 ਵਿੱਚ ਇੱਕ ਇੰਟਰਵਿਊ ਵਿੱਚ ਬੋਇਡ ਬੁਸ਼ਮੈਨ ਨਾਮ ਦੇ ਇਸ ਬੰਦੇ ਨੇ ਦੱਸਿਆ ਕਿ ਏਰੀਆ 51 ਵਿੱਚ ਏਲੀਅਨ ਤੇ ਉਹਨਾਂ ਦੇ ਸਪੇਸਸ਼ਿਪ ਤੇ ਰਿਵਰਸ ਇੰਜੀਨੀਅਰਿੰਗ ਕੀਤੀ ਜਾਂਦੀ ਹੈ। ਬੋਇਡ ਨੇ ਫੋਟੋਆਂ ਦਿਖਾ ਕੇ ਪੂਰੀ ਤਰ੍ਹਾਂ ਏਰੀਆ 51 ਨੂੰ ਐਕਸਪੋਜ਼ ਕੀਤਾ। ਉਸ ਨੇ ਇਹ ਵੀ ਦੱਸਿਆ ਕਿ ਅਮਰੀਕਾ ਏਰੀਆ 51 ਨੂੰ ਇਸ ਕਰਕੇ ਲੁਕਾਉਂਦਾ ਹੈ ਤਾਂ ਕਿ ਇਹ ਟੈਕਨੋਲੋਜੀ ਕਿਸੇ ਦੂਜੇ ਦੇਸ਼ ਦੇ ਹੱਥ ਨਾ ਲੱਗ ਸਕੇ। ਸੋ ਉਸ ਦਾ ਕਹਿਣਾ ਸੀ ਕਿ ਏਲੀਅਨ ਕਟੋਨੀਆ ਨਾਮ ਦੇ ਗ੍ਰਹਿ ਤੋਂ ਆਏ ਨੇ ਜਿੱਥੇ ਇਨਸਾਨ ਨੂੰ ਪਹੁੰਚਣ ਲਈ ਅੱਜ ਦੇ ਸਮੇਂ ਦੇ ਹਿਸਾਬ ਨਾਲ 39,000 ਸਾਲ ਲੱਗ ਜਾਣਗੇ, ਪਰ ਉਹ ਇਸ ਦੂਰੀ ਨੂੰ ਸਿਰਫ 45 ਮਿੰਟ ਵਿੱਚ ਤੈਅ ਕਰ ਲੈਂਦੇ ਨੇ। ਸੋ ਇੰਨੇ ਤਕੜੇ ਉਹਨਾਂ ਦੇ ਜਹਾਜ਼ ਨੇ ਅੱਜ ਦੇ ਸਮੇਂ। ਤੇ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜੇ ਇਹ ਸਾਰੇ ਬੰਦਿਆਂ ਨੇ ਆਪਣੀ ਪਬਲਿਸਿਟੀ ਕਰਨੀ ਸੀ, ਆਪਾਂ ਮੰਨ ਲੈਂਦੇ ਆ, ਪਰ ਜੇ ਇਸ ਬੰਦੇ ਨੂੰ ਵੀ ਪਬਲਿਸਿਟੀ ਚਾਹੀਦੀ ਸੀ ਤਾਂ ਇਸ ਨੂੰ ਇਹ ਸਭ ਕੁਝ ਆਪਣੀ ਮੌਤ ਤੋਂ ਪਹਿਲਾਂ ਕਹਿਣਾ ਚਾਹੀਦਾ ਸੀ। ਪਰ ਉਸ ਦੀ ਇਹ ਇੰਟਰਵਿਊ ਮੌਤ ਤੋਂ ਬਾਅਦ ਲੋਕਾਂ ਅੱਗੇ ਆਈ ਤੇ ਬੋਇਡ ਨੂੰ ਪੈਸੇ ਦੀ ਵੀ ਕੋਈ ਕਮੀ ਨਹੀਂ ਸੀ ਕਿਉਂਕਿ ਪੈਸੇ ਉਸਨੇ ਪਹਿਲਾਂ ਹੀ ਬਹੁਤ ਕਮਾ ਲਏ ਸੀ। ਸੋ ਏਰੀਆ 51 ਬਾਰੇ ਬੋਲਣ ਵਾਲੇ ਲੋਕਾਂ ਨੂੰ ਆਪਣੀ ਜਾਨ ਦਾ ਖਤਰਾ ਰਹਿੰਦਾ ਹੈ। ਇਸ ਕਾਰਨ ਜ਼ਿਆਦਾਤਰ ਲੋਕ ਮੌਤ ਤੋਂ ਕੁਝ ਸਾਲ ਪਹਿਲਾਂ ਜਾਂ ਮੌਤ ਤੋਂ ਬਾਅਦ ਹੀ ਏਰੀਆ 51 ਬਾਰੇ ਲੋਕਾਂ ਨੂੰ ਦੱਸਦੇ ਨੇ। ਸੋ ਇਸ ਤਰ੍ਹਾਂ ਵੀ ਕਿਉਂ ਹੁੰਦਾ ਹੈ? ਸੋ ਉਹਨਾਂ ਨੂੰ ਕੀ ਪਤਾ ਹੁੰਦਾ ਕਿ ਹੁਣ ਥੋੜੇ ਸਮੇਂ ਵਿੱਚ ਸਾਡੀ ਮੌਤ ਹੋਣ ਵਾਲੀ ਹੈ। ਤੇ 1988 ਵਿੱਚ ਜਦੋਂ ਸੋਵੀਅਤ ਤੇ ਅਮਰੀਕਾ ਦਾ ਯੁੱਧ ਚੱਲ ਰਿਹਾ ਸੀ, ਉਸ ਸਮੇਂ ਰਸ਼ੀਅਨ ਸੈਟੇਲਾਈਟ ਨੇ ਇਸ ਦੀ ਇੱਕ ਪਿਕਚਰ ਸ਼ੇਅਰ ਕੀਤੀ। ਉਸ ਸਮੇਂ ਪਹਿਲੀ ਵਾਰੀ ਏਰੀਆ 51 ਦੀ ਲੋਕਾਂ ਸਾਹਮਣੇ ਤਸਵੀਰ ਆਈ ਸੀ ਜਿਸ ਵਿੱਚ ਦੇਖਿਆ ਗਿਆ ਕਿ ਇੱਥੇ 8 ਰਨਵੇ ਸੀ ਤੇ ਇਹ US ਆਰਮੀ ਦਾ ਇੱਕ ਬਹੁਤ ਹੀ ਸੇਫ ਬੇਸ ਹੈ। ਤੁਹਾਨੂੰ ਦੱਸ ਦਈਏ ਕਿ ਸ਼ੁਰੂ ਦੇ ਬਹੁਤ ਸਾਲ ਤਾਂ ਅਮਰੀਕਾ ਨੇ ਮੰਨਿਆ ਹੀ ਨਹੀਂ ਸੀ ਕਿ ਏਰੀਆ 51 ਵਰਗੀ ਕੋਈ ਜਗ੍ਹਾ ਹੈ, ਪਰ ਬਾਅਦ ਵਿੱਚ ਗੂਗਲ ਮੈਪ ਦੀ ਕੁਆਲਿਟੀ ਵਧਣ ਤੇ ਇੰਟਰਨੈਟ ਦੀ ਗਰੋਥ ਹੋਣ ਤੇ ਜਦੋਂ US ਗਵਰਨਮੈਂਟ ਨੂੰ ਸਵਾਲ ਹੋਣ ਲੱਗੇ ਤਾਂ 2013 ਵਿੱਚ CIA ਨੇ ਅਫੀਸ਼ੀਅਲੀ ਦੱਸਿਆ ਕਿ ਏਰੀਆ 51 ਵਰਗੀ ਜਗ੍ਹਾ ਵੀ ਅਮਰੀਕਾ ਵਿੱਚ ਹੈ। ਸੋ ਹੋਰ ਕਿਸੇ ਜਗ੍ਹਾ ਨੂੰ ਏਲੀਅਨ ਨਾਲ ਨਹੀਂ ਜੋੜਿਆ ਜਾਂਦਾ, ਏਰੀਆ 51 ਨੂੰ ਹੀ ਕਿਉਂ? ਇਹ ਸੋਚਣ ਵਾਲੀ ਗੱਲ ਹੈ। ਜਿਵੇਂ ਅਸੀਂ ਪਹਿਲਾਂ ਕਿਹਾ ਸੀ ਕਿ ਧੂਆਂ ਤਾਂ ਹੀ ਉੱਠਿਆ ਜੇ ਕਿਤੇ ਮਾੜੀ ਮੋਟੀ ਚੰਗਿਆਰੀ ਲੱਗੀ ਹੋਵੇ। ਇਸ ਜਗ੍ਹਾ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਐਰੋਪਲੇਨ ਤੇ ਹੈਲੀਕਾਪਟਰ ਲੰਘਣਾ ਬੈਨ ਕੀਤਾ ਹੋਇਆ ਹੈ ਤੇ ਸਪੇਸ ਵਿੱਚ ਸੈਟੇਲਾਈਟ ਇਹ ਜਗ੍ਹਾ ਦੀ ਫੋਟੋ ਨਹੀਂ ਲੈ ਸਕਦਾ ਤੇ ਨਾ ਹੀ ਡਰੋਨ ਇੱਥੇ ਉੱਡ ਸਕਦਾ ਹੈ। ਇਹ ਜੋ ਫੋਟੋਆਂ ਤੁਸੀਂ ਇੰਟਰਨੈਟ ਤੇ ਦੇਖਦੇ ਹੋ ਇਹ 10 ਕਿਲੋਮੀਟਰ ਦੂਰ ਤੋਂ ਹਾਈ ਜ਼ੂਮ ਕੈਮਰਾ ਨਾਲ ਖਿੱਚੀਆਂ ਗਈਆਂ ਨੇ। ਸੋ ਬੌਬ ਲੇਜ਼ਰ ਨੇ ਇਹ ਵੀ ਕਿਹਾ ਸੀ ਕਿ ਮੈਂ ਇੱਕ ਵਾਰ UFO ਨੂੰ ਦੇਖਿਆ ਹੈ ਜੋ ਫਿਊਲ ਲਈ ਐਲੀਮੈਂਟ 115 ਨੂੰ ਵਰਤਦਾ ਸੀ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਐਲੀਮੈਂਟ 115 ਨੂੰ ਅਧਿਕਾਰਿਤ ਤੌਰ ਤੇ 2003 ਵਿੱਚ ਲੱਭਿਆ ਗਿਆ ਸੀ, ਜਿਸ ਬਾਰੇ ਬੌਬ ਲੇਜ਼ਰ ਨੇ ਬਹੁਤ ਪਹਿਲਾਂ ਹੀ ਦੱਸ ਦਿੱਤਾ ਤੇ ਉਸਨੇ ਇਹ ਵੀ ਦੱਸਿਆ ਕਿ ਉਸਨੇ ਕੁਝ ਅਜਿਹੇ ਡਾਕੂਮੈਂਟ ਵੀ ਪੜ੍ਹੇ ਨੇ ਜਿਨ੍ਹਾਂ ਤੋਂ ਪਤਾ ਲੱਗਿਆ ਕਿ ਏਲੀਅਨ ਦਾ ਸੰਬੰਧ ਧਰਤੀ ਨਾਲ 1000 ਸਾਲਾਂ ਤੋਂ ਹੈ ਤੇ ਉਹ ਮਿਲੀਅਨ ਬਿਲੀਅਨ ਲਾਈਟ ਈਅਰ ਦਾ ਸਫ਼ਰ 1 ਘੰਟੇ ਵਿੱਚ ਪੂਰਾ ਕਰ ਲੈਂਦੇ ਨੇ। ਮਤਲਬ ਉਹਨਾਂ ਕੋਲ ਇੰਨੇ
तेज स्पेसशिप ने। ते हो सकदा है कि US सरकार सानू एलियन बारे इस करके भी ना दसदी होवे तां कि सानू कोई नुकसान ना पहुंचे, क्योंकि फिल्मां विच दिखण वाले मददगार एलियन असल विच खतरनाक होण ते इह भी हो सकदा है। ते जिन्हां चीज़ां नू अज असीं रब नाल जोड़दे हां कि चलो इह तां रब दी मर्जी सी, तां कल नू उन्हां चीज़ां नू असीं एलियनां नाल जोड़न लगांगे। जिवें कि कोई आफत धरती उत्ते आउंदी है तां उस दा जिम्मेवार एलियन नू कहण लगांगे कि इह तां उन्हां ने कीता होवेगा ते किते उन्हां तों ही ना डरन लग जाइए। सो बहुत सारे लोगों का कहना है कि इस थां ते अमेरिका अपने बहुत ही आधुनिक हथियार जो हाले इस दुनिया विच किसी ने देखे भी नहीं होने उन्हां नू इत्थे डिवेलप कर रहा है ते इन्हां दी कई बार वो टेस्टिंग भी करता है। अजीब दिखण वाले जहाज़ जिन्हां नू लोग UFO समझ लैंदे ने, पर वो इन्हां दे अपने ही बनाए हुए जहाज़ ने जो हाले तक दुनिया के सामने नहीं आए। सो ये भी एक कारण है कि वो इत्थे अपने वो हथियार ते वो जहाज़ तैयार कर रहा है जो हाले दुनिया नू नहीं पता। ते इत्थे कई जहाज़ वो तैयार भी किए गए ने जो रडार ते सैटेलाइट नू बहुत ही आसानी नाल चकमा दे दिंदे ने, जिवें कि लादेन दे केस विच होया सी। जो जहाज़ या ड्रोन उत्थे एंटर होए सी उन्हां दा उन्हां नू पता ही नहीं लग्या। सो बहुत सारे लोगों का यह भी कहना है कि एरिया 51 दे विच एलियंस होने के कारण ही अज अमेरिका पूरी दुनिया ते सुपर पावर बनया होया है। सो ये भी हो सकता है कि उत्थे सिर्फ अमेरिका का एयरबेस ही होवे या होर आधुनिक चीज़ां ते होर सर्च कर रहे होण जो दुनिया नू दस्सण दे लायक ना होण। सो तुहाडा की विचार है, तुहानू की लगता है कि एलियन उन्हां कोल हो सकदे ने या सिर्फ यह एक रिसर्च ही है, वो भी बहुत हाई लैवल दी। सो अपने विचार कमेंटां दे विच जरूर दिओ। सो लास्ट विच कुछ विचारां दी गल करदे हां। जदों कुछ बेचना होवे तां उस दी कीमत घट जांदी है। मुੱਲ उन्हां चीज़ां दा ही पैंदा है जो विक सकदियां होण पर बेचीਆਂ ना जाण। सो जिहड़ा व्यक्ति सारिਆਂ ਦੀ सहमति उड़ीकदा रहिंदा है वो कदे भी कोई फैसला नहीं कर सकदा। ते आसमान विच बिजली दी गरज अन्निਆਂ ਲਈ सिर्फ गरज ते बूलिਆਂ ਲਈ केवल बिजली ही हुंदी है। सो उन्हां तो पुछ के देखो कि तुहाडी जिंदगी कितनी आसान है। सो उन्हां वल देख के सानू ये जिंदगी जीनी चाहिए है ते जिंदगी सच विच तुहानू आसान लगेगी। ते जेकर तुहानू ये इन्फॉर्मेशन वधिया लगी तो एक शेयर तो जरूर कर दिओ। तुहाडे एक शेयर नाल बहुत बड़ा प्रभाव पैंदा है। ते हर रोज़ मोटिवेशन का डोज लैण लई सानू फेसबुक इंस्टाग्राम ते ट्विटर उत्ते फॉलो कर सकते हो। ते नवें दोस्तां नू बेनती है कि हो सके तां चैनल सबसक्राइब कर लिओ ते नाल दी नाल बैल दा बटन जरूर दब लिओ तां जो साडी नवीं वीडियो तुहाडे कोल सब तो पहलां पहुंच सके। थैंक यू, धन्नवाद।